Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 146ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਹਿਲਾ ਦੂਜਾ, ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ, ਅੱਠੀ ਬੇਪਰਵਾਹ ਰਹਿਣ ਇਕੱਤੈ ਰੰਗ। ਕਹਿੰਦੇ ਉਹ ਮਨੁੱਖ ਪੂਰੇ ਸ਼ਾਹ ਹਨ, ਬਾਦਸ਼ਾਹ ਹਨ, ਜਿਨ੍ਹਾਂ ਨੇ ਉਸ ਪੂਰਨ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ, ਅੱਠੀ ਬੇਪਰਵਾਹ, ਉਹ ਅੱਠੇ ਪਹਿਰ ਦੁਨੀਆ ਤੋਂ ਬੇਪਰਵਾਹ ਰਹਿੰਦੇ ਹਨ ਤੇ ਰਹਿਣ ਇਕੱਤਾ ਰੰਗ, ਭਾਵ ਕਿ ਉਸ ਇੱਕ ਪਰਮਾਤਮਾ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਹੁਣ ਬੇਪਰਵਾਹ ਰਹਿਣ ਦੀ ਜਿੱਥੋਂ ਤਾਈਂ ਗੱਲ ਹੈ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਬਿਲਕੁਲ ਫਰਕ ਹੀ ਨਹੀਂ ਪੈਂਦਾ ਕਿ ਉਹਨਾਂ ਦੇ ਆਸ-ਪਾਸ ਕੀ ਹੋ ਰਿਹਾ ਹੈ। ਇਹ ਨਹੀਂ ਹੈ ਕਿ ਉਹਨਾਂ ਦੇ ਕੋਲ ਕੋਈ ਬੰਦਾ ਖੜਾ ਮਰ ਰਿਹਾ ਹੋਵੇਗਾ ਤੇ ਉਹ ਉਹਦੀ ਮਦਦ ਨਹੀਂ ਕਰਨ ਜਾਣਗੇ, ਕਿਉਂਕਿ ਉਹਨਾਂ ਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਬੇਪਰਵਾਹ ਹੋਣ ਤੋਂ ਭਾਵ ਹੈ ਕਿ ਉਹਨਾਂ ਦਾ ਮਨ ਅਡੋਲ ਰਹਿੰਦਾ ਹੈ, ਉਹਨਾਂ ਦਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ, ਸਥਿਤੀ ਕਿਹੋ ਜਿਹੀ ਵੀ ਕਿਉਂ ਨਾ ਹੋਵੇ। ਮਾਡਰਨ ਭਾਸ਼ਾ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਉਹ ਮਨੁੱਖ ਟੈਨਸ਼ਨ ਨਹੀਂ ਲੈਂਦੇ, ਸਟ੍ਰੈਸ ਨਹੀਂ ਲੈਂਦੇ ਕਿਸੇ ਵੀ ਗੱਲ ਦੀ। ਦਰਸ਼ਨ ਰੂਪ ਅਥਾਹ ਵਿਰਲੇ ਪਾਈਐ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਕਾ ਬੋਲ। ਦਰਸ਼ਨ ਰੂਪ ਅਥਾਹ ਤੋਂ ਭਾਵ ਉਸ ਪਰਮਾਤਮਾ ਦੇ ਦੀਦਾਰ ਦੇ ਵਿੱਚ ਜੁੜੇ ਰਹਿਣਾ, ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਜੁੜੇ ਰਹਿਣਾ। ਤਾਂ ਕਹਿੰਦੇ ਅਜਿਹੇ ਜੋ ਮਨੁੱਖ ਨੇ ਉਹ ਬੜੇ ਹੀ ਵਿਰਲੇ ਨੇ। ਕਰਮ ਪੂਰਾ, ਭਾਵ ਕਿ ਪੂਰੇ ਭਾਗਾਂ ਦੇ ਨਾਲ, ਪੂਰੀ ਕਿਸਮਤ ਦੇ ਨਾਲ। ਪੂਰਾ ਗੁਰੂ ਪੂਰਾ ਜਾਕਾ ਬੋਲ, ਕਿ ਪੂਰੇ ਬੋਲ ਵਾਲਾ ਪੂਰਨ ਗੁਰੂ ਮਿਲਦਾ ਹੈ। ਉਹ ਗੁਰੂ ਜੋ ਹਮੇਸ਼ਾ ਪਰਮਾਤਮਾ ਦੀ ਗੱਲ ਕਰਦਾ ਹੈ, ਉਹ ਗੁਰੂ ਜੋ ਹਮੇਸ਼ਾ ਸੱਚ ਦੀ ਗੱਲ ਕਰਦਾ ਹੈ, ਬੜੇ ਭਾਗਾਂ ਦੇ ਨਾਲ ਮਿਲਦਾ ਹੈ। ਨਾਨਕ ਪੂਰਾ ਜੇ ਕਰੈ ਘਟੈ ਨਾਹੀਂ ਤੋਲ। ਤੇ ਜੇਕਰ ਉਹ ਪੂਰਾ ਗੁਰੂ ਮਨੁੱਖ ਦੇ ਉੱਪਰ ਕਿਰਪਾ ਕਰਕੇ ਮਨੁੱਖ ਨੂੰ ਸੰਪੂਰਨ ਕਰ ਦੇਵੇ, ਮਨੁੱਖ ਦੇ ਮਨ ਨੂੰ ਅਡੋਲ ਕਰ ਦੇਵੇ, ਤਾਂ ਅਜਿਹੇ ਮਨੁੱਖ ਦਾ ਤੋਲ ਕਦੇ ਘਟਦਾ ਨਹੀਂ, ਭਾਵ ਕਿ ਕਿਸੇ ਵੀ ਪਲ ਉਸ ਮਨੁੱਖ ਦਾ ਉਸ ਪਰਮਾਤਮਾ ਦੇ ਨਾਲੋਂ ਸੰਬੰਧ ਟੁੱਟਦਾ ਨਹੀਂ। ਪੌੜੀ, ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ, ਮੁੱਠੀ ਧੰਦਾ ਚੋਰ ਮਹਿਲ ਨਾ ਪਾਈਐ। ਗੁਰੂ ਜੀ ਕਹਿੰਦੇ ਕਿ ਮੈਂ ਸੱਚ ਆਖਦਾ ਹਾਂ, ਮੈਂ ਸੱਚ ਸੁਣਾਈਐ, ਕਿ ਮੈਂ ਸੱਚ ਆਖਦਾ ਹਾਂ ਕਿ ਜਾ ਤੂੰ, ਜਦੋਂ ਤੂੰ ਮੇਰਾ ਰਾਖਾ ਹੈ, ਤਾਂ ਕਿਆ ਹੋਰ, ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਕਿਉਂ ਹੋਵੇ। ਜਦੋਂ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਤੂੰ ਮੇਰੀ ਰਾਖੀ ਕਰਨ ਵਾਲਾ ਹੈ, ਤਾਂ ਮੈਂ ਕਿਸੇ ਹੋਰ ਵੱਲ ਇਹ ਆਸ ਲੈ ਕੇ ਕਿਉਂ ਜਾਵਾਂ ਕਿ ਤੂੰ ਮੇਰੀ ਰਾਖੀ ਕਰ। ਪਰ ਕਹਿੰਦੇ ਜਿਹੜੀ ਜੀਵ ਇਸਤਰੀ ਨੂੰ ਧੰਦੇ ਰੂਪ ਚੋਰ ਨੇ ਮੋਹ ਲਿਆ, ਧੰਦਾ ਚੋਰ ਭਾਵ ਕਿ ਜੋ ਅਸੀਂ ਦੁਨੀਆ ਦੇ ਵਿੱਚ ਦੁਨਿਆਵੀ ਕੰਮਕਾਰ ਕਰਦੇ ਹਾਂ, ਜੋ ਸਾਡਾ ਧੰਦਾ ਹੈ, ਜੋ ਸਾਡਾ ਕੰਮ ਹੈ, ਜਿਸ ਨੂੰ ਕੰਮ ਰੂਪ ਚੋਰ ਨੇ ਮੋਹ ਲਿਆ, ਉਹ ਮਹਿਲ ਨਾ ਪਾਈ ਹੈ, ਉਹ ਉਸ ਪਰਮਾਤਮਾ ਦਾ ਦਰ ਨਹੀਂ ਲੱਭ ਪਾਉਂਦੀ। ਭਾਵ ਕਿ ਉਹ ਆਪਣੇ ਕੰਮਕਾਰ ਦੇ ਵਿੱਚ ਇੰਨੀ ਜ਼ਿਆਦਾ ਰੁੱਝੀ ਹੁੰਦੀ ਹੈ। ਇੱਥੇ ਜੀਵ ਇਸਤਰੀ ਦੀ ਫਿਰ ਤੋਂ ਸਿਰਫ ਉਦਾਹਰਣ ਲਈ ਗਈ ਹੈ। ਗੱਲ ਹਰ ਜੀਵ ਦੀ, ਹਰ ਮਨੁੱਖ ਦੀ ਹੋ ਰਹੀ ਹੈ ਕਿ ਜਿਹੜਾ ਮਨੁੱਖ ਆਪਦੇ ਕੰਮਕਾਰ ਦੇ ਵਿੱਚ ਇੰਨਾ ਜ਼ਿਆਦਾ ਰੁੱਝਾ ਹੋਇਆ ਹੈ ਤੇ ਪ੍ਰਮਾਤਮਾ ਨੂੰ ਚੇਤੇ ਵਿੱਚ ਵੀ ਨਹੀਂ ਰੱਖਦਾ, ਤਾਂ ਉਹਨੇ ਉਸ ਪਰਮਾਤਮਾ ਦਾ ਦਰ ਕਿਵੇਂ ਲੱਭਣਾ ਹੈ, ਉਹਨੇ ਉਸ ਪਰਮਾਤਮਾ ਦੇ ਨਾਲ ਸਾਂਝ ਕਿਵੇਂ ਪਾਉਣੀ ਹੈ। ਇਹ ਮੁਮਕਿਨ ਨਹੀਂ ਹੈ। ਜੇਕਰ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ ਤਾਂ ਉਹਨੂੰ ਹਰ ਵਕਤ ਆਪਣੇ ਚੇਤੇ ਦੇ ਵਿੱਚ ਰੱਖਣਾ ਪੈਂਦਾ ਹੈ। ਹੁਣ ਕੀ ਇਸ ਪੰਕਤੀ ਤੋਂ ਇਹ ਮਤਲਬ ਲਿਆ ਜਾਵੇ ਕਿ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ, ਜਾਂ ਇਹ ਮਤਲਬ ਨਾ ਲਿਆ ਜਾਵੇ, ਇਹ ਤੇ ਆਪੋ ਆਪਣੀ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ। ਪਰ ਜੋ ਪੰਕਤੀ ਦਾ ਅਰਥ ਹੈ ਉਹ ਇਹੀ ਹੈ ਕਿ ਜਿਹੜੀ ਜੀਵ ਇਸਤਰੀ ਨੂੰ ਜਗਤ ਦੇ ਧੰਦੇ ਦੇ ਮੋਹ ਨੇ, ਧੰਦੇ ਰੂਪੀ ਚੋਰ ਨੇ ਮੋਹ ਲਿਆ ਹੈ, ਉਹ ਉਸ ਪਰਮਾਤਮਾ ਦਾ ਦਰ ਨਹੀਂ ਲੱਭ ਸਕਦੀ। ਇੰਨਾ ਚਿੱਤ ਕਠੋਰ ਸੇਵ ਗਵਾਈਐ,
ਕਹਿੰਦੇ ਉਹਦਾ ਚਿੱਤ ਇੰਨਾ ਜ਼ਿਆਦਾ ਕਠੋਰ ਹੈ ਕਿ ਉਹ ਆਪਣੀ ਸਾਰੀ ਮਿਹਨਤ ਵਿਅਰਥ ਗਵਾ ਲੈਂਦੀ ਹੈ। ਕਠੋਰ ਕਿਹੜੇ ਪਾਸਿਓਂ ਹੈ? ਪਰਮਾਤਮਾ ਵਾਲੇ ਪਾਸਿਓਂ, ਕਿ ਮੈਂ ਪਰਮਾਤਮਾ ਦੀ ਭਗਤੀ ਨਹੀਂ ਕਰਨੀ, ਇਸ ਪਾਸਿਓਂ ਉਹਦਾ ਚਿੱਤ ਕਠੋਰ ਹੈ। ਇਸ ਲਈ ਉਹ ਆਪਣੀ ਸਾਰੀ ਮਿਹਨਤ ਵਿਅਰਥ ਗਵਾ ਲੈਂਦੀ ਹੈ। ਹੁਣ ਵਿਅਰਥ ਕਿਵੇਂ ਗਵਾ ਲੈਂਦੀ ਹੈ? ਕਿਉਂਕਿ ਜੇਕਰ ਕੋਈ ਇਨਸਾਨ ਕੰਮ ਕਰ ਰਿਹਾ ਹੈ, ਕੰਮ ਕਰਕੇ ਪੈਸਾ ਕਮਾ ਰਿਹਾ ਹੈ, ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ, ਤਾਂ ਉਹਦੀ ਜੋ ਕੰਮ ਦੇ ਉੱਤੇ ਕੀਤੀ ਗਈ ਮਿਹਨਤ ਹੈ ਉਹ ਤੇ ਵਿਅਰਥ ਨਹੀਂ ਹੋਈ। ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਉਹਦੀ ਮਿਹਨਤ ਵਿਅਰਥ ਹੋਈ? ਪਰ ਜੋ ਇਸ ਪੰਕਤੀ ਦੇ ਅਨੁਸਾਰ ਗੱਲ ਹੋ ਰਹੀ ਹੈ ਉਹ ਇਹ ਹੈ ਕਿ ਉਹ ਸਾਰਾ ਕੰਮਕਾਰ ਕਰਨ ਦੇ ਬਾਵਜੂਦ ਵੀ ਇਨਸਾਨ ਖੁਸ਼ ਨਹੀਂ ਹੈ। ਜੇ ਹੈ ਤਾਂ ਸੋਚ ਕੇ ਵੇਖਿਓ ਕਿ ਅਸੀਂ ਆਪੋ ਆਪਣੇ ਕੰਮਾਂ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਵੀ ਅਚੀਵਮੈਂਟਸ ਵੀ ਅਸੀਂ ਕਰਦੇ ਹਾਂ। ਇਹ ਨਹੀਂ ਹੈ ਕਿ ਅਸੀਂ ਅਚੀਵਮੈਂਟ ਨਹੀਂ ਕਰਦੇ, ਨਵੀਆਂ ਬੁਲੰਦੀਆਂ ਨੂੰ ਵੀ ਅਸੀਂ ਛੂਹ ਲੈਂਦੇ ਹਾਂ, ਪਰ ਕੀ ਅਸੀਂ ਖੁਸ਼ ਹਾਂ? ਪਲ ਬਾਏ ਪਲ ਬੇਸਿਸ 'ਤੇ ਜੇ ਅਸੀਂ ਗੱਲ ਕਰੀਏ ਤਾਂ ਕੀ ਅਸੀਂ ਖੁਸ਼ ਹਾਂ? ਜੇ ਨਹੀਂ ਹਾਂ ਤਾਂ ਇਹ ਪੰਕਤੀ ਬਿਲਕੁਲ ਸੱਚੀ ਹੈ ਕਿ ਅਸੀਂ ਆਪਣੇ ਦੁਨਿਆਵੀ ਧੰਦਿਆਂ ਦੇ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਪਰ ਪਰਮਾਤਮਾ ਦੀ ਭਗਤੀ ਵੱਲੋਂ ਜਦੋਂ ਸਾਡਾ ਚਿੱਤ ਕਠੋਰ ਹੈ ਤਾਂ ਉਹ ਸਾਡੀ ਸਾਰੀ ਮਿਹਨਤ ਵਿਅਰਥ ਜਾਂਦੀ ਹੈ। ਕਿਉਂਕਿ ਜੋ ਮਨ ਦੀ ਸ਼ਾਂਤੀ ਹੈ ਉਹ ਪਰਮਾਤਮਾ ਦੇ ਦਰ 'ਤੇ ਹੀ ਮਿਲਦੀ ਹੈ। ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ। ਘਟ ਤੋਂ ਭਾਵ ਹਿਰਦਾ ਜਾਂ ਮਨ ਕਹਿ ਲਈਏ ਕਿ ਜਿਹੜੇ ਮਨ ਦੇ ਵਿੱਚ ਸੱਚਾ ਪਰਮਾਤਮਾ ਨਹੀਂ ਵਸਦਾ, ਸੋ ਭੰਨ ਕਢਾਈ ਹੈ, ਉਸ ਮਨ ਦੇ ਵਿੱਚ ਭੰਨ ਘੜ ਹੁੰਦੀ ਰਹਿੰਦੀ ਹੈ। ਉਹੀ ਜਿਸ ਤਰ੍ਹਾਂ ਕਿ ਅਸੀਂ ਜਨਮ ਮਰਨ ਦੇ ਗੇੜ ਵਾਲੀ ਜੋ ਵੀਡੀਓ ਹੈ ਉਹਦੇ ਵਿੱਚ ਐਕਸਪਲੇਨ ਕੀਤਾ ਸੀ ਕਿ ਸਾਡਾ ਮਨ ਇੱਕ ਇਮੋਸ਼ਨ ਤੋਂ ਦੂਜੇ ਇਮੋਸ਼ਨ ਦੇ ਵਿੱਚ ਭਟਕਦਾ ਰਹਿੰਦਾ ਹੈ, ਸਥਿਰ ਨਹੀਂ ਰਹਿੰਦਾ। ਇੱਕ ਪਲ ਅਸੀਂ ਖੁਸ਼ ਹਾਂ ਤਾਂ ਦੂਜੇ ਪਲ ਅਸੀਂ ਦੁਖੀ ਵੀ ਹੋ ਜਾਂਦੇ ਹਾਂ, ਗੁੱਸੇ ਹੋ ਜਾਂਦੇ ਹਾਂ, ਫਰਸਟਰੇਟਡ ਹੋ ਜਾਂਦੇ ਹਾਂ। ਤਾਂ ਬਹੁਤ ਸਾਰੇ ਜਿਹੜੇ ਸਾਡੇ ਮਨ ਦੇ ਇਮੋਸ਼ਨ ਨੇ ਉਹ ਚੱਕਰ ਕੱਟਦੇ ਰਹਿੰਦੇ ਨੇ ਮਨ ਦੇ ਵਿੱਚ। ਉਸ ਚੀਜ਼ ਨੂੰ ਗੁਰੂ ਜੀ ਨੇ ਭੰਨ ਘੜ ਕਿਹਾ ਹੈ ਕਿ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਨਹੀਂ ਵਸਦਾ ਉੱਥੇ ਭੰਨ ਘੜ ਚਲਦੀ ਰਹਿੰਦੀ ਹੈ। ਕਿਉ ਕਰ ਪੂਰਾ ਵੱਟ ਤੋਲ ਤੁਲਾਈਐ। ਕਹਿੰਦੇ ਅਜਿਹੇ ਮਨੁੱਖ ਦੇ ਕਰਮਾਂ ਦਾ ਜੇ ਲੇਖਾ ਜੋਖਾ ਕੀਤਾ ਜਾਵੇ, ਉਸ ਪੂਰੇ ਪਰਮਾਤਮਾ ਦੇ ਸੱਚ ਦੇ ਵੱਟੇ ਦੇ ਨਾਲ ਉਹਦੇ ਕਰਮਾਂ ਨੂੰ ਤੋਲਿਆ ਜਾਵੇ, ਤਾਂ ਉਹ ਉਸ ਤੋਲ ਦੇ ਵਿੱਚ ਖਰਾ ਕਿਵੇਂ ਉਤਰੇ। ਕੋਈ ਨਾ ਆਖੈ ਘਟ ਹਉਮੈ ਜਾਈਐ। ਕਹਿੰਦੇ ਫੇਰ ਕੋਈ ਉਹਨੂੰ ਘੱਟ ਨਹੀਂ ਤੋਲ ਸਕਦਾ ਜੇਕਰ ਉਹਦੇ ਹਿਰਦੇ ਦੇ ਵਿੱਚੋਂ ਮੈਂ ਖਤਮ ਹੋ ਜਾਵੇ, ਹਉਮੈ ਖਤਮ ਹੋ ਜਾਵੇ। ਲयन ਖਰੇ ਪਰਖ ਦਰ ਬਿਨਾਈਐ ਸੌਦਾ ਇਕਤ ਹੱਟ ਪੂਰਾ ਗੁਰ ਪਾਈਐ। ਦਰ ਬਿਨਾਈਐ ਤੋਂ ਭਾਵ ਉਸ ਸੱਚੇ ਪ੍ਰਮਾਤਮਾ ਦਾ ਦਰ। ਕਹਿੰਦੇ ਉਹਦੇ ਦਰ ਦੇ ਉੱਤੇ ਜੋ ਖਰੇ ਮਨੁੱਖ ਨੇ ਉਹ ਪਰਖੇ ਜਾਂਦੇ ਨੇ, ਪਰਖ ਲਏ ਜਾਂਦੇ ਨੇ। ਤੇ ਇਹ ਜੋ ਖਰੇਪਣ ਦਾ ਸੌਦਾ ਹੈ ਜਿਹਦੇ ਨਾਲ ਕਿ ਮਨੁੱਖ ਖਰਾ ਬਣ ਜਾਂਦਾ ਹੈ, ਅਜਿਹਾ ਸੌਦਾ ਸਿਰਫ ਇੱਕੋ ਹੱਟ ਤੇ ਮਿਲਦਾ ਹੈ, ਉਹ ਹੈ ਪੂਰੇ ਗੁਰੂ ਦੀ ਹੱਟ। ਭਾਵ ਕਿ ਪੂਰੇ ਗੁਰੂ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ, ਗੁਰੂ ਦੀ ਬਾਣੀ ਦੇ ਨਾਲ ਜੇ ਅਸੀਂ ਜੁੜਦੇ ਹਾਂ, ਸੱਚ ਦੇ ਨਾਲ ਜੇਕਰ ਅਸੀਂ ਜੁੜਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਖਰਾ ਬਣਾ ਸਕਦੇ ਹਾਂ, ਸਿਆਣਾ ਬਣਾ ਸਕਦੇ ਹਾਂ। ਸ਼ਲੋਕ ਮਹਿਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਕਹਿੰਦੇ ਜੇਕਰ ਧਰਤੀ ਦੇ 9 ਖੰਡਾਂ ਵਿੱਚੋਂ ਜੋ 9ਵਾਂ ਖੰਡ ਹੈ ਉਹ ਮਨੁੱਖੀ ਸਰੀਰ ਮੰਨ ਲਿਆ ਜਾਵੇ, ਤਾਂ ਜੋ ਮਨੁੱਖ ਦਾ ਮਨ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਮਨੁੱਖ ਦਾ ਮਨ ਹੈ ਉਹ ਅੱਠੇ ਪਹਿਰ ਬਾਕੀ ਦੇ ਜਿਹੜੇ 8 ਖੰਡ ਬਚਦੇ ਨੇ ਉਹਨਾਂ ਖੰਡਾਂ ਰੂਪੀ ਪਦਾਰਥਾਂ ਦੇ ਵਿੱਚ ਲੱਗਿਆ ਰਹਿੰਦਾ ਹੈ। ਜੋ ਮਨੁੱਖ ਦਾ ਮਨ ਹੈ 8 ਖੰਡੀ ਪਦਾਰਥਾਂ ਦੇ ਵਿੱਚ ਲੱਗਿਆ ਰਹਿੰਦਾ ਹੈ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਪਰ ਕਹਿੰਦੇ ਕੋਈ ਵਿਰਲਾ ਹੀ ਗੁਣਵਾਨ ਮਨੁੱਖ ਹੁੰਦਾ ਹੈ ਜਿਹੜਾ ਉਸ ਸਰੀਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਲੱਭ ਲੈਂਦਾ ਹੈ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਹੁਣ ਉਹ ਜਿਹੜੇ ਗੁਣੀ ਮਨੁੱਖ ਨੇ ਉਹ ਗੁਣੀ ਕਿਵੇਂ ਬਣਦੇ ਨੇ? ਉਹ ਆਪਣੇ ਚੰਗੇ ਕਰਮਾਂ ਦੇ ਨਾਲ ਕਿਸੇ ਨੂੰ ਗੁਰੂ ਧਾਰ ਕੇ, ਪੀਰ ਧਾਰ ਕੇ ਉਹਦੀ ਸਿਫਤ ਸਲਾਹ ਪ੍ਰਮਾਤਮਾ ਦੀ ਕਰਦੇ ਹਨ। ਤੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਕਰਦੇ, ਬੰਦਗੀ ਕਰਦੇ ਕਰਦੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾ ਲੈਂਦੇ ਹਨ। ਚੌਥਾ ਪਹਿਰ ਸਬਾ ਕੈ ਸੁਰਤਿਆ
ਉਪਜੈ ਚਾਓ, ਤਿਨਾ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾ ਨਾਓ। ਅਜਿਹੇ ਜਿਹੜੇ ਭਾਗਾਂ ਵਾਲੇ ਮਨੁੱਖ ਹੁੰਦੇ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਚੌਥੇ ਪਹਿਰ ਭਾਵ ਕਿ ਅੰਮ੍ਰਿਤ ਵੇਲੇ ਉਸ ਪਰਮਾਤਮਾ ਦੇ ਨਾਮ ਦਾ ਚਾਅ ਉਪਜ ਜਾਂਦਾ ਹੈ। ਉਹਨਾਂ ਦੇ ਅੰਦਰ ਇੱਕ ਚਾਅ ਹੁੰਦਾ ਹੈ ਕਿ ਮੈਂ ਸੁਬਾਹ ਉੱਠ ਕੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ, ਉਹਦੇ ਨਾਲ ਸਾਂਝ ਪਾਉਣੀ ਹੈ। ਉਹ ਪਰਮਾਤਮਾ ਦੀ ਬੰਦਗੀ ਨੂੰ ਕੋਈ ਪ੍ਰਕਿਰਿਆ ਨਹੀਂ ਸਮਝਦੇ ਕਿ ਜੋ ਉਹਨਾਂ ਨੇ ਪੂਰੀ ਕਰਨੀ ਹੈ। ਉਸ ਕਾਰਜ ਨੂੰ ਕਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਚਾਅ ਹੁੰਦਾ ਹੈ, ਉਹਨਾਂ ਦਾ ਦਿਲ ਕਰਦਾ ਹੈ ਕਿ ਉਸ ਪਰਮਾਤਮਾ ਦਾ ਨਾਮ ਜਪਿਆ ਜਾਏ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਹੁਣ ਇੱਥੇ ਦਰਿਆ ਉਹਨਾਂ ਗੁਰਮੁਖਾਂ ਨੂੰ ਕਿਹਾ ਗਿਆ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੁੰਦਾ ਹੈ। ਤੇ ਕਹਿੰਦੇ ਅਜਿਹੇ ਜਿਹੜੇ ਭਾਗਾਂ ਵਾਲੇ ਮਨੁੱਖ ਨੇ ਉਹ ਅਜਿਹੇ ਗੁਰਮੁਖਾਂ ਦੇ ਨਾਲ ਦੋਸਤੀ ਪਾਉਂਦੇ ਨੇ। ਮਨਮੁਖ ਸੱਚਾ ਨਾਓ, ਜਿਨ੍ਹਾਂ ਦੇ ਮਨ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਚੱਲ ਰਿਹਾ ਹੁੰਦਾ ਹੈ ਤੇ ਜਿਨ੍ਹਾਂ ਦੇ ਮੁਖ ਦੇ ਉੱਪਰ ਵੀ ਪਰਮਾਤਮਾ ਦਾ ਨਾਮ ਹੁੰਦਾ ਹੈ। ਉੱਥੈ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ, ਵੰਨੀ ਝੜੈ ਚੜਾਓ। ਪਸਾਓ ਤੋਂ ਭਾਵ ਬਖਸ਼ਿਸ਼। ਉੱਥੈ ਅੰਮ੍ਰਿਤ ਵੰਡੀਐ, ਉੱਥੈ ਭਾਵ ਕਿ ਜਿੱਥੇ ਉਹਨਾਂ ਗੁਰਮੁਖਾਂ ਦੀ ਸੰਗਤ ਹੋਵੇ। ਜਿਹੜੇ ਗੁਰਮੁਖਾਂ ਦੀ ਆਪਾਂ ਪਿਛਲੀ ਪੰਕਤੀ ਦੇ ਵਿੱਚ ਗੱਲ ਕੀਤੀ ਹੈ ਕਿ ਜਿੱਥੇ ਉਹਨਾਂ ਗੁਰਮੁਖਾਂ ਦੀ ਸੰਗਤ ਹੋਵੇ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਵੰਡਿਆ ਜਾਂਦਾ ਹੈ। ਕਰਮੀ ਹੋਇਆ ਪਸਾਓ, ਚੰਗੇ ਕਰਮਾਂ ਦੇ ਨਾਲ ਹੀ ਇਹ ਬਖਸ਼ਿਸ਼ ਮਿਲਦੀ ਹੈ। ਕੰਚਨ ਕਾਇਆ ਕਸੀਐ, ਵੰਨੀ ਚੜ੍ਹੈ ਚੜਾਓ। ਕੰਚਨ ਤੋਂ ਭਾਵ ਸੋਨਾ। ਜਿਸ ਤਰ੍ਹਾਂ ਕਿ ਸੋਨੇ ਨੂੰ ਕਸ ਲਾਈ ਜਾਂਦੀ ਹੈ, ਉਸੇ ਤਰ੍ਹਾਂ ਹੀ ਜਦੋਂ ਅਜਿਹੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਨੁੱਖ ਜੁੜਦਾ ਹੈ ਤਾਂ ਉਹਦੇ ਮਨ ਨੂੰ ਵੀ ਕਸ ਲਾਈ ਜਾਂਦੀ ਹੈ ਤੇ ਉਸ ਪਰਮਾਤਮਾ ਦਾ ਨਾਮ ਰੂਪੀ ਜੋ ਰੰਗ ਹੈ ਉਹ ਉਹਦੇ ਮਨ ਦੇ ਉੱਤੇ ਚੜਾਇਆ ਜਾਂਦਾ ਹੈ। ਜੇ ਹੋਵੈ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਊ। ਸਰਾਫ ਤੋਂ ਭਾਵ ਪਰਮਾਤਮਾ। ਹੁਣ ਇੱਥੇ ਸਰਾਫ ਨੂੰ ਅਸੀਂ ਸ਼ਰਾਪ ਸ਼ਬਦ ਨਹੀਂ ਸਮਝਣਾ, ਇਹ ਦੋ ਵੱਖਰੇ ਵੱਖਰੇ ਸ਼ਬਦ ਨੇ। ਸੋ ਕਹਿੰਦੇ ਜੇਕਰ ਉਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਮਨੁੱਖ ਦੇ ਉੱਪਰ ਹੋਵੇ ਤਾਂ ਬਹੁੜ ਨਾ ਪਾਈ ਤਾਓ, ਤਾਂ ਫਿਰ ਉਹਨੂੰ ਤਪਣਾ ਨਹੀਂ ਪੈਂਦਾ। ਹੁਣ ਇੱਥੇ ਤਪਣ ਦੀ ਗੱਲ ਕਿਉਂ ਕੀਤੀ ਗਈ ਹੈ? ਕਿਉਂਕਿ ਜੋ ਕਸ ਲਾਉਣ ਦੀ ਪ੍ਰਕਿਰਿਆ ਹੈ, ਸੋਨੇ ਨੂੰ ਜੋ ਕਸ ਲਾਇਆ ਜਾਂਦਾ ਹੈ ਉਹਦੇ ਵਿੱਚ ਸੇਕ ਦਾ ਇਸਤੇਮਾਲ, ਅੱਗ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹਨੂੰ ਤਪਾਇਆ ਜਾਂਦਾ ਹੈ। ਸੋ ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜੇਕਰ ਉਸ ਪਰਮਾਤਮਾ ਦੀ ਮਿਹਰ ਦੀ ਨਜ਼ਰ ਮਨੁੱਖ ਦੇ ਉੱਪਰ ਹੋ ਜਾਏ ਤਾਂ ਉਹਨੂੰ ਫਿਰ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਤਪਣ ਦੀ ਲੋੜ ਨਹੀਂ ਪੈਂਦੀ, ਚਿੰਤਾਵਾਂ ਦੇ ਵਿੱਚ ਫਸਣ ਦੀ ਲੋੜ ਨਹੀਂ ਪੈਂਦੀ। ਸੱਤੀ ਪਹਿਰੀ ਸੱਤ ਭਲਾ, ਬਹੀਆ ਪੜਿਆ ਪਾਸ। ਕਹਿੰਦੇ ਸਿਰਫ ਇੰਨਾ ਹੀ ਨਹੀਂ ਹੈ ਕਿ ਅੰਮ੍ਰਿਤ ਵੇਲੇ ਤੁਸੀਂ ਉਸ ਪਰਮਾਤਮਾ ਦੀ ਬੰਦਗੀ ਕਰ ਲਈ ਤੇ ਤੁਹਾਡਾ ਜੋ ਕਾਰਜ ਹੈ ਉਹ ਸੰਪੂਰਨ ਹੋ ਗਿਆ। ਬਾਕੀ ਦੇ ਜਿਹੜੇ 7 ਪਹਿਰ ਬਚਦੇ ਨੇ ਉਹਨਾਂ ਦੇ ਵਿੱਚ ਵੀ ਆਪਣੇ ਆਚਰਣ ਨੂੰ ਭਲਾ ਬਣਾਉਣ ਦੇ ਲਈ ਪੜ੍ਹਿਆ ਪਾਸ, ਪੜ੍ਹੇ ਲਿਖਿਆਂ ਦੇ ਕੋਲ ਬੈਠਣਾ ਚਾਹੀਦਾ ਹੈ। ਹੁਣ ਇਹ ਪੜ੍ਹੇ ਲਿਖੇ ਸ਼ਬਦ, ਜੋ ਪੜ੍ਹਿਆ ਸ਼ਬਦ ਜੋ ਹੈ ਉਹ ਉਹਨਾਂ ਗੁਰਮੁਖਾਂ ਦੇ ਲਈ ਵਰਤਿਆ ਗਿਆ ਹੈ ਜੋ ਗਿਆਨ ਹਾਸਲ ਕਰ ਚੁੱਕੇ ਨੇ, ਜੋ ਗਿਆਨਵਾਨ ਹੋ ਚੁੱਕੇ ਨੇ। ਉਹਨਾਂ ਦੇ ਪਾਸ ਬੈਠਣਾ ਚਾਹੀਦਾ ਹੈ, ਗਿਆਨ ਲੈਣਾ ਚਾਹੀਦਾ ਹੈ, ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਦੇ ਲਈ। ਉੱਥੈ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਫਿਰ ਤੋਂ ਉੱਥੈ ਸ਼ਬਦ ਯੂਜ਼ ਹੋਇਆ ਹੈ ਤੇ ਇਹਦਾ ਫਿਰ ਤੋਂ ਅਰਥ ਉਹੀ ਹੈ ਕਿ ਉਹਨਾਂ ਗੁਰਮੁਖਾਂ ਦੀ ਸੰਗਤ, ਜਦੋਂ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜਦੇ ਹਾਂ ਉੱਥੇ ਪਾਪ ਤੇ ਪੁੰਨ ਵਿਚਾਰਿਆ ਜਾਂਦਾ ਹੈ, ਚੰਗੇ ਮੰਦੇ ਕਰਮਾਂ ਦੀ ਗੱਲ ਹੁੰਦੀ ਹੈ। ਤੇ ਕੂੜਾ ਘਟੈ ਰਾਸ, ਤੇ ਜਿਹੜੀ ਝੂਠ ਦੀ ਪੂੰਜੀ ਸਾਡੇ ਅੰਦਰ ਇਕੱਠੀ ਕੀਤੀ ਹੋਈ ਹੁੰਦੀ ਹੈ ਉਹ ਸਾਡੀ ਘਟ ਜਾਂਦੀ ਹੈ। ਤੇ ਉੱਥੈ ਖੋਟੇ ਸੱਟੀਐ, ਖਰੇ ਕੀਚੈ ਸਾਬਾਸ। ਉਸ ਸੰਗਤ ਦੇ ਵਿੱਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ, ਕਿਉਂਕਿ ਜਦੋਂ ਅਸੀਂ ਸੰਗਤ ਦੇ ਵਿੱਚ ਜੁੜਦੇ ਹਾਂ, ਜੇ ਅਸੀਂ ਚੰਗੇ ਮੰਦੇ ਕਰਮਾਂ ਦੇ ਉੱਥੇ ਬੈਠ ਕੇ ਵਿਚਾਰ ਕਰਦੇ ਹਾਂ ਜਾਂ ਵਿਚਾਰ ਸੁਣਦੇ ਹਾਂ ਤਾਂ ਅਸੀਂ ਆਪਣੇ ਅੰਦਰ ਵੀ ਝਾਤੀ ਮਾਰਦੇ ਹਾਂ। ਆਪਣੇ ਅੰਦਰ ਝਾਤੀ ਮਾਰ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਕੀ ਖਰਾ ਹੈ, ਕੀ ਖੋਟਾ ਹੈ। ਤਾਂ ਉਸ ਸੰਗਤ ਦੇ ਕਰਕੇ ਅਸੀਂ ਜੋ ਖੋਟਾ ਹੈ ਉਹਨੂੰ ਸੁੱਟ ਦਿੰਦੇ ਹਾਂ ਤੇ ਜੋ ਖਰਾ ਹੈ ਉਹਦੀ ਸ਼ਲਾਘਾ ਕਰਦੇ ਹਾਂ। ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੈ ਪਾਸ। ਤੇ ਕਹਿੰਦੇ ਹੇ ਨਾਨਕ, ਉਸ ਸੰਗਤ ਦੇ ਵਿੱਚ ਜੁੜਿਆਂ ਇਸ ਗੱਲ ਦੀ ਵੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਹੋਏ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ। ਜੋ ਵਾਪਰ ਚੁੱਕਿਆ ਹੈ,
ਜੋ ਘਟਨਾ ਘਟ ਚੁੱਕੀ ਹੈ ਉਹਦੇ ਬਾਰੇ ਬੈਠ ਕੇ ਝੁਰੀ ਜਾਣਾ, ਕਿਸੇ ਨੂੰ ਉਹਦਾ ਦੋਸ਼ੀ ਠਹਿਰਾਈ ਜਾਣਾ ਜਾਂ ਆਪਣੇ ਆਪ ਨੂੰ ਕਿਸੇ ਘਟਨਾ ਦਾ ਦੋਸ਼ੀ ਠਹਿਰਾਈ ਜਾਣਾ, ਇਹ ਸਭ ਵਿਅਰਥ ਹੈ। ਇਹ ਜੋ ਦੁੱਖ ਸੁੱਖ ਹੈ ਉਸ ਪਰਮਾਤਮਾ ਦੀ ਦੇਣ ਹੈ, ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਮਹਿਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨਸ ਰਾਤ ਦੋਏ ਦਾਈ ਦਾਇਆ, ਖੇਲਾ ਸਗਲ ਜਗਤ। ਇਹ ਜੋ ਸ਼ਲੋਕ ਹੈ ਜਪਜੀ ਸਾਹਿਬ ਜੀ ਦੀ ਬਾਣੀ ਦੇ ਵੀ ਅਖੀਰ ਦੇ ਵਿੱਚ ਆਉਂਦਾ ਹੈ ਤੇ ਇਹਨਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਮੰਨ ਲਓ ਕਿ ਜੋ ਹਵਾ ਹੈ, ਪੌਣ ਤੋਂ ਭਾਵ ਹਵਾ, ਉਹ ਜੀਵਾਂ ਦੇ ਲਈ ਗੁਰੂ ਹੈ, ਜੋ ਪਾਣੀ ਹੈ ਉਹ ਪਿਤਾ ਹੈ ਤੇ ਜੋ ਧਰਤੀ ਹੈ ਉਹ ਮਾਤਾ ਹੈ। ਮਹੱਤ ਸ਼ਬਦ ਹੁਣ ਜੋ ਹੈ ਉਹਦਾ ਅਰਥ ਹੈ ਬਹੁਤ ਵੱਡੀ। ਸੋ ਮਾਤਾ ਧਰਤ ਮਹੱਤ ਭਾਵ ਕਿ ਜੋ ਧਰਤੀ ਹੈ ਉਹ ਸਭ ਤੋਂ ਵੱਡੀ ਮਾਂ ਹੈ। ਦਿਨਸ ਰਾਤ, ਦਿਨ ਅਤੇ ਰਾਤ, ਦੂਏ ਭਾਵ ਦੋਵੇਂ, ਦਾਈ ਦਾਇਆ ਭਾਵ ਖਿਡਾਵਾ ਤੇ ਖਿਡਾਵੀ, ਖੇਲਾ ਸਗਲ ਜਗਤ ਕਿ ਦਿਨ ਅਤੇ ਰਾਤ ਜੋ ਨੇ ਉਹ ਖਿਡਾਵਾ ਤੇ ਖਿਡਾਵੀ ਨੇ, ਖਿਡਾਉਣੇ ਨੇ, ਜਿਨ੍ਹਾਂ ਦੇ ਨਾਲ ਕਿ ਸਾਰਾ ਜਗਤ ਖੇਡ ਰਿਹਾ ਹੈ। ਰਾਤ ਨੂੰ ਸੌਣ ਦੇ ਵਿੱਚ ਮਨੁੱਖ ਪਰਚਿਆ ਰਹਿੰਦਾ ਹੈ ਤੇ ਦਿਨੇ ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗਿਆ ਰਹਿੰਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਉਹ ਧਰਮਰਾਜ, ਉਹ ਪ੍ਰਮਾਤਮਾ ਸਾਡੇ ਚੰਗੇ ਅਤੇ ਮੰਦੇ ਕਰਮਾਂ ਨੂੰ ਬੜੇ ਗੌਰ ਦੇ ਨਾਲ ਵੇਖਦਾ ਹੈ, ਵਿਚਾਰਦਾ ਹੈ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਕਹਿੰਦੇ ਆਪੋ ਆਪਣੇ ਕਰਮਾਂ ਦੀ ਗੱਲ ਹੈ ਕਿ ਕਈ ਜੀਵ ਉਸ ਪਰਮਾਤਮਾ ਦੇ ਨੇੜੇ ਹੁੰਦੇ ਹਨ ਤੇ ਕਈ ਬੜੇ ਦੂਰ ਹੁੰਦੇ ਹਨ। ਕਈਆਂ ਨੇ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਲਈ ਹੁੰਦੀ ਹੈ, ਉਸ ਪਰਮਾਤਮਾ ਨੂੰ ਪਛਾਣ ਲਿਆ ਹੁੰਦਾ ਹੈ ਤੇ ਕਈ ਅਗਿਆਨਤਾ ਦੇ ਵਿੱਚ ਹੀ ਫਿਰਦੇ ਹੁੰਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ। ਹੁਣ ਮਿਹਨਤ ਜਿਹੜੀ ਹੈ ਸਫਲੀ ਕਿਵੇਂ ਕਰ ਗਏ ਹਨ? ਆਪਣੇ ਮਨ ਨੂੰ ਉਹਨਾਂ ਨੇ ਅਡੋਲ ਬਣਾ ਲਿਆ ਹੈ। ਜਿਸ ਤਰ੍ਹਾਂ ਕਿ ਆਪਾਂ ਇਸ ਅੰਗ ਦੀ ਬਾਣੀ ਦੀ ਸ਼ੁਰੂਆਤੀ ਪੰਕਤੀਆਂ ਦੇ ਵਿੱਚ ਗੱਲ ਕੀਤੀ ਸੀ ਕਿ ਜੋ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਮਿਹਨਤ ਕਰਕੇ ਆਪਣੀ ਮਿਹਨਤ ਵਿਅਰਥ ਕਿਵੇਂ ਗਵਾ ਲੈਂਦੇ ਹਾਂ। ਤੇ ਉਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਕਿ ਇੱਥੇ ਜਿਹੜੇ ਮਨੁੱਖ ਨਾਮ ਸਿਮਰਨ ਕਰਦੇ ਨੇ, ਜਿਹੜੇ ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਉਹ ਆਪਣੀ ਮਿਹਨਤ ਸਫਲੀ ਵੀ ਕਰ ਲੈਂਦੇ ਨੇ। ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ, ਕਿ ਉਹਨਾਂ ਮਨੁੱਖਾਂ ਦੇ ਮੁੱਖ ਹਮੇਸ਼ਾ ਉਜਲੇ ਹੁੰਦੇ ਨੇ, ਉਹ ਉਸ ਪਰਮਾਤਮਾ ਦੇ ਦਰ 'ਤੇ ਹਮੇਸ਼ਾ ਸੁਰਖਰੂ ਹੁੰਦੇ ਨੇ ਤੇ ਨਾਲ ਹੋਰ ਬਥੇਰੀ ਲੁਕਾਈ ਨੂੰ ਵੀ ਮੁਕਤ ਕਰਵਾ ਜਾਂਦੇ ਨੇ। ਜਿਹੜੇ ਇੱਕ ਮਨੁੱਖ ਨੂੰ ਗਿਆਨ ਹੋ ਗਿਆ, ਜਿਸ ਤਰ੍ਹਾਂ ਕਿ ਅਸੀਂ ਆਪਣੇ ਗੁਰੂਆਂ ਦੀ ਗੱਲ ਲੈ ਲਈਏ, ਉਹਨਾਂ ਨੂੰ ਗਿਆਨ ਹੋਇਆ, ਉਹਨਾਂ ਨੇ ਇਹ ਬਾਣੀ ਸਾਡੇ ਲਈ ਰਚ ਦਿੱਤੀ ਤੇ ਅੱਜ ਇਸ ਬਾਣੀ ਨੂੰ ਪੜ੍ਹ ਕੇ ਅਸੀਂ ਵੀ ਆਪਣੇ ਜੀਵਨ ਸਫਲ ਕਰ ਰਹੇ ਹਾਂ। ਅਸੀਂ ਵੀ ਆਪਣੇ ਮਨ ਨੂੰ ਕੁਝ ਸਿਖਾ ਰਹੇ ਹਾਂ, ਅਸੀਂ ਵੀ ਆਪਣੀ ਮਿਹਨਤ ਸਫਲੀ ਕਰ ਰਹੇ ਹਾਂ। ਪੌੜੀ। ਸੱਚਾ ਭੋਜਨ ਭਾਓ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਬਿਗਸਿਆ। ਜਿਹੜੇ ਮਨੁੱਖ ਨੂੰ ਸਤਿਗੁਰੂ ਦਾ ਦੱਸਿਆ ਹੋਇਆ ਸੱਚਾ ਭੋਜਨ ਭਾਉਂਦਾ ਹੈ, ਚੰਗਾ ਲੱਗਦਾ ਹੈ। ਹੁਣ ਇਹ ਸੱਚਾ ਭੋਜਨ ਕੀ ਹੈ? ਪਰਮਾਤਮਾ ਦੇ ਪ੍ਰੇਮ ਰੂਪੀ ਸੱਚਾ ਭੋਜਨ, ਪਰਮਾਤਮਾ ਦੀ ਭਗਤੀ ਰੂਪੀ ਸੱਚਾ ਭੋਜਨ। ਜਿਹੜੇ ਮਨੁੱਖ ਨੂੰ ਸੱਚੇ ਗੁਰੂ ਦਾ ਦੱਸਿਆ ਹੋਇਆ ਇਹ ਸੱਚਾ ਭੋਜਨ ਚੰਗਾ ਲੱਗਦਾ ਹੈ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਉਹ ਮਨੁੱਖ ਸੱਚੇ ਪ੍ਰਮਾਤਮਾ ਦੇ ਵਿੱਚ ਪਰਚਿਆ ਰਹਿੰਦਾ ਹੈ। ਪਤਿਆਏ ਤੋਂ ਭਾਵ ਪਰਚਿਆ ਰਹਿਣਾ, ਰੁੱਝਿਆ ਰਹਿਣਾ, ਤੇ ਸੱਚ ਵਿਗਸਿਆ, ਵਿਗਸਿਆ ਤੋਂ ਭਾਵ ਖਿੜਿਆ ਰਹਿਣਾ, ਪ੍ਰਸੰਨ ਹੋਣਾ, ਕਿ ਉਹ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਟਿਕ ਕੇ ਹੀ ਪ੍ਰਸੰਨ ਰਹਿੰਦਾ ਹੈ। ਸੱਚਾ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ। ਉਹ ਮਨੁੱਖ ਆਪਣੇ ਸਰੀਰ ਨੂੰ, ਆਪਣੇ ਹਿਰਦੇ ਨੂੰ ਉਸ ਪਰਮਾਤਮਾ ਦਾ ਘਰ ਮੰਨਦਾ ਹੈ। ਉਸ ਸੱਚੇ ਪਰਮਾਤਮਾ ਦਾ ਕੋਟ ਭਾਵ ਕਿਲਾ, ਗਿਰਾਏ ਭਾਵ ਪਿੰਡ। ਕਹਿੰਦੇ ਕਿ ਉਹ ਆਪਣੇ ਨਿੱਜ ਘਰ ਨੂੰ, ਆਪਣੇ ਸਰੀਰ ਨੂੰ ਉਸ ਪਰਮਾਤਮਾ ਦਾ ਕਿਲਾ, ਉਸ ਪਰਮਾਤਮਾ ਦਾ ਪਿੰਡ ਮੰਨਦਾ ਹੈ। ਤੇ ਸਤਿਗੁਰ ਤੁਠੈ ਨਾਉ ਭਾਵ ਕਿ ਉਸ ਸੱਚੇ ਗੁਰੂ ਦੇ ਪ੍ਰਸੰਨ ਹੋਇਆ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ। ਪ੍ਰੇਮ ਰਹੱਸਿਆ, ਤੇ ਜਦੋਂ ਅਸੀਂ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜੁੜੇ ਰਹਿੰਦੇ ਹਾਂ ਤਾਂ ਅਸੀਂ ਖੁਸ਼ ਰਹਿੰਦੇ ਹਾਂ। ਰਹੱਸਿਆ ਤੋਂ ਭਾਵ ਵੀ ਖੁਸ਼ ਰਹਿਣਾ ਹੈ। ਸੱਚਾ ਦੈ ਦੀਵਾਨ ਕੂੜ ਨਾ ਜਾਈਐ,
ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ। ਸੱਚਾ ਦਾ ਦੀਵਾਨ ਭਾਵ ਕਿ ਉਸ ਪ੍ਰਮਾਤਮਾ ਦੇ ਦਰ ਦੇ ਵਿੱਚ, ਉਸ ਪ੍ਰਮਾਤਮਾ ਦੇ ਦਰਬਾਰ ਤੇ ਕੂੜ ਨਾ ਜਾਈਐ। ਕੂੜ ਦੇ ਸੌਦੇ ਦੇ ਰਾਹੀਂ ਨਹੀਂ ਉੱਪਰ ਸਕੀਦਾ। ਜੇ ਅਸੀਂ ਝੂਠ ਦਾ ਵਪਾਰ ਕਰਦੇ ਹਾਂ ਤਾਂ ਅਸੀਂ ਉਸ ਪ੍ਰਮਾਤਮਾ ਦੇ ਦਰਬਾਰ ਤੱਕ ਨਹੀਂ ਪਹੁੰਚ ਪਾਉਂਦੇ। ਝੂਠੋ ਝੂਠ ਵਖਾਣ ਭਾਵ ਕਿ ਝੂਠ ਬੋਲ ਬੋਲ ਕੇ ਸੋ ਮਹਿਲ ਖੁਆਈਐ। ਉਸ ਪ੍ਰਮਾਤਮਾ ਦਾ ਨਿਵਾਸ ਥਾਂ ਗਵਾ ਬੈਠੀਦਾ ਹੈ। ਜਿਹੜਾ ਅਸੀਂ ਪ੍ਰਮਾਤਮਾ ਦੀ ਭਗਤੀ ਰੂਪੀ ਭੋਜਨ ਛਕ ਕੇ, ਸੱਚੇ ਗੁਰੂ ਤੋਂ ਗਿਆਨ ਛਕ ਕੇ ਉਸ ਪ੍ਰਮਾਤਮਾ ਦੇ ਨਾਲ ਸਾਂਝ ਬਣਾਈ ਸੀ ਤੇ ਇਸ ਗੱਲ ਨੂੰ ਮਹਿਸੂਸ ਕੀਤਾ ਸੀ ਕਿ ਉਹ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਆ ਵਸਿਆ ਹੈ। ਜਦੋਂ ਅਸੀਂ ਝੂਠ ਦਾ ਵਪਾਰ ਕਰਨ ਲੱਗਦੇ ਹਾਂ ਤਾਂ ਉਹ ਸਾਡਾ ਜੋ ਖਿਆਲ ਹੈ ਉਹ ਖਤਮ ਹੋ ਜਾਂਦਾ ਹੈ। ਸਾਨੂੰ ਆਪਣੇ ਅੰਦਰੋਂ ਪ੍ਰਮਾਤਮਾ ਦਾ ਜੋ ਵਾਸਾ ਹੈ ਉਹ ਖਤਮ ਹੋ ਗਿਆ ਜਾਪਦਾ ਹੈ। ਇਸੇ ਗੱਲ ਨੂੰ ਗੁਰੂ ਜੀ ਨੇ ਕਿਹਾ ਕਿ ਸੋ ਮਹਿਲ ਖੁਆਈ ਹੈ, ਕਿ ਉਹਦਾ ਨਿਵਾਸ ਥਾਂ ਅਸੀਂ ਗਵਾ ਬੈਠਦੇ ਹਾਂ। ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ। ਨਿਸ਼ਾਨ ਤੋਂ ਭਾਵ ਰਾਹਦਾਰੀ, ਰਸਤਾ ਦੱਸਣ ਵਾਲੀ ਕੋਈ ਚੀਜ਼, ਜਿਸ ਤਰ੍ਹਾਂ ਅਸੀਂ ਨਕਸ਼ਾ ਕਹਿ ਲਈਏ, ਮੈਪ ਕਹਿ ਲਈਏ, ਕਿ ਸੱਚਾ ਸ਼ਬਦ ਨਿਸ਼ਾਨ ਪਰਮਾਤਮਾ ਦੇ ਦਰ ਤੱਕ ਪਹੁੰਚਣ ਦਾ ਜੋ ਰਾਹ ਹੈ, ਉਸ ਰਾਹ ਦੇ ਲਈ ਜੋ ਗੁਰੂ ਦਾ ਸ਼ਬਦ ਹੈ ਉਹ ਸਾਡੀ ਰਾਹਦਾਰੀ ਬਣਦੀ ਹੈ। ਤੇ ਠਾਕ ਨਾ ਪਾਈਏ ਕਿ ਜਦੋਂ ਉਹ ਗੁਰੂ ਦਾ ਸ਼ਬਦ ਸਾਡੇ ਨਾਲ ਹੋਵੇ ਤਾਂ ਉਸ ਦਰਬਾਰ ਤੱਕ ਪਹੁੰਚਣ ਦੇ ਰਸਤੇ ਦੇ ਵਿੱਚ ਸਾਨੂੰ ਹੋਰ ਕੋਈ ਰੁਕਾਵਟ ਨਹੀਂ ਆਉਂਦੀ। ਠਾਕ ਤੋਂ ਭਾਵ ਰੁਕਾਵਟ। ਸੱਚ ਸੁਣ ਬੁੱਝ ਵਖਾਣ, ਕਹਿੰਦੇ ਪ੍ਰਮਾਤਮਾ ਦਾ ਨਾਮ ਸੁਣੋ, ਉਹਨੂੰ ਸਮਝੋ ਤੇ ਉਹਦਾ ਵਖਾਣ ਕਰੋ, ਉਹਨੂੰ ਬੋਲੋ, ਉਹਨੂੰ ਸਿਮਰੋ, ਉਹਨੂੰ ਲੋਕਾਂ ਨੂੰ ਵੀ ਦੱਸੋ, ਤਾਂ ਮਹਿਲ ਬੁਲਾਈ ਹੈ, ਤਾਂ ਪ੍ਰਮਾਤਮਾ ਦੇ ਮਹਿਲ ਦੇ ਵਿੱਚ ਤੁਹਾਨੂੰ ਸੱਦਾ ਪੈਂਦਾ ਹੈ। ਮਹਿਲ ਦੇ ਵਿੱਚ ਸੱਦਾ ਪੈਣ ਤੋਂ ਭਾਵ ਕਿ ਤੁਹਾਡੀ ਉਸ ਪ੍ਰਮਾਤਮਾ ਦੇ ਨਾਲ ਸਾਂਝ ਬਣਦੀ ਹੈ। ਹੁਣ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ, ਉੱਥੇ ਅਸੀਂ ਪਾਠ ਸੁਣਦੇ ਹਾਂ, ਪਰ ਕੀ ਅਸੀਂ ਉਹਨੂੰ ਸਮਝਦੇ ਹਾਂ? ਸੋਚ ਕੇ ਵੇਖਿਓ। ਜਦੋਂ ਅਸੀਂ ਸਿਰਫ ਸੁਣ ਲਿਆ ਤੇ ਉਹਨੂੰ ਉੱਥੇ ਹੀ ਛੱਡ ਦਿੱਤਾ, ਪ੍ਰਕਿਰਿਆ ਅਧੂਰੀ ਹੈ। ਉਹਨੂੰ ਸੁਣਨਾ ਵੀ ਹੈ, ਉਹਨੂੰ ਸਮਝਣਾ ਵੀ ਹੈ। ਜਦੋਂ ਅਸੀਂ ਸਮਝ ਲਿਆ ਤੇ ਅੱਗੇ ਜਦੋਂ ਅਸੀਂ ਦੂਸਰੇ ਕਿਸੇ ਮਨੁੱਖ ਨੂੰ ਦੱਸਾਂਗੇ ਤਾਂ ਸਾਡੀ ਜੋ ਸਮਝ ਹੈ ਉਹ ਹੋਰ ਵੀ ਗੂੜ੍ਹੀ ਹੋ ਜਾਏਗੀ ਤੇ ਨਾਲ ਦੀ ਨਾਲ ਕਿਸੇ ਦੂਸਰੇ ਦਾ ਭਲਾ ਵੀ ਹੋ ਜਾਏਗਾ, ਉਹਨੂੰ ਵੀ ਕੋਈ ਗਿਆਨ ਹੋ ਜਾਏਗਾ ਤੇ ਅਸੀਂ ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਦਾ ਜੋ ਰਾਹ ਹੈ ਉਹਦੇ ਤੇ 2 ਕਦਮ ਅੱਗੇ ਵੱਧ ਜਾਵਾਂਗੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 146ਵੇਂ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਇੱਕ ਜੋ ਵਧੀਆ ਗੱਲ ਸਿੱਖੀ ਹੈ ਉਹ ਹੈ ਸਾਡੀ ਮਿਹਨਤ, ਕਿ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਜਿੰਨਾ ਚਿਰ ਸਾਡੀ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪੈਂਦੀ ਉਨਾ ਚਿਰ ਸਾਡੀ ਉਹ ਮਿਹਨਤ ਵਿਅਰਥ ਹੈ। ਜ਼ਰੂਰੀ ਨਹੀਂ ਹੈ ਕਿ ਹਰ ਮਨੁੱਖ ਦੇ ਨਾਲ ਹੀ ਅਜਿਹਾ ਹੋਵੇ। ਬਥੇਰੇ ਮਨੁੱਖ ਇੱਦਾਂ ਵੀ ਹੋਣਗੇ ਜਿਹੜੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਵੀ ਬੜੇ ਖੁਸ਼ ਰਹਿੰਦੇ ਹੋਣਗੇ। 5 ਉਂਗਲਾਂ ਇੱਕ ਬਰਾਬਰ ਤੇ ਨਹੀਂ ਹੁੰਦੀਆਂ, ਪਰ ਜ਼ਿਆਦਾਤਰ ਜੋ ਲੋਕ ਨੇ, ਜ਼ਿਆਦਾਤਰ ਜੋ ਮਨੁੱਖ ਨੇ, ਉਹ ਕੰਮਾਂ ਕਾਰਾਂ ਦੇ ਵਿੱਚ ਮਿਹਨਤ ਬਹੁਤ ਕਰਦੇ ਨੇ, ਪਰ ਤਾਂ ਵੀ ਉਹ ਉਨੇ ਖੁਸ਼ ਨਹੀਂ ਹੋ ਪਾਉਂਦੇ। ਤਾਂ ਵੀ ਉਹ ਵੱਖ-ਵੱਖ ਚਿੰਤਾਵਾਂ ਦਾ ਸ਼ਿਕਾਰ ਹੋਏ ਹੁੰਦੇ ਨੇ। ਬੇਸ਼ੱਕ ਉਹ ਕੰਮ ਦੀ ਚਿੰਤਾ ਹੋਵੇ, ਭਾਵ ਕਿ ਕੰਮ ਦਾ ਜੋ ਵਰਕਲੋਡ ਹੈ, ਕੰਮ ਹੀ ਇੰਨਾ ਜ਼ਿਆਦਾ ਹੈ ਕਿ ਮਨੁੱਖ ਉਸ ਕੰਮ ਦੇ ਭਾਰ ਹੇਠ ਦੱਬਿਆ ਪਿਆ ਹੈ, ਉਹਨੂੰ ਸਾਹ ਲੈਣ ਦਾ ਟਾਈਮ ਨਹੀਂ ਮਿਲਦਾ। ਤੇ ਬੇਸ਼ੱਕ ਉਹ ਚਿੰਤਾਵਾਂ ਇਸ ਪ੍ਰਕਾਰ ਦੀਆਂ ਹੋਣ ਕਿ ਕੰਮ ਕਰ ਰਹੇ ਹਾਂ, ਪੈਸਾ ਵੀ ਕਮਾ ਰਹੇ ਹਾਂ, ਪਰ ਮਿਹਨਤ ਦਾ ਉਨਾ ਮੁੱਲ ਨਹੀਂ ਮਿਲ ਰਿਹਾ। ਜਾਂ ਫਿਰ ਜ਼ਿੰਦਗੀ ਦੇ ਵਿੱਚ ਹੋਰ ਕਈ ਪ੍ਰਕਾਰ ਦੀਆਂ ਮੁਸੀਬਤਾਂ ਨੇ ਜਿਹੜੀਆਂ ਸਾਡੇ ਮਨ ਨੂੰ ਸ਼ਾਂਤ ਨਹੀਂ ਹੋਣ ਦੇ ਰਹੀਆਂ। ਤਾਂ ਉੱਥੇ ਅਸੀਂ ਆਪਣੇ ਕੰਮ ਦੇ ਵਿੱਚ ਜਿੰਨੀ ਮਰਜ਼ੀ ਮਿਹਨਤ ਕਰ ਲਈਏ, ਉਹ ਚਿੰਤਾਵਾਂ ਦੂਰ ਨਹੀਂ ਹੋ ਸਕਦੀਆਂ। ਉਹ ਚਿੰਤਾਵਾਂ ਪਰਮਾਤਮਾ ਦੀ ਭਗਤੀ ਦੇ ਨਾਲ ਹੀ ਦੂਰ ਹੋ ਸਕਦੀਆਂ ਨੇ। ਪਰਮਾਤਮਾ ਦੇ ਨਾਲ ਜਦੋਂ ਸਾਡੀ ਸਾਂਝ ਬਣ ਜਾਂਦੀ ਹੈ, ਸਾਡਾ ਮਨ ਅਡੋਲ ਹੋ ਜਾਂਦਾ ਹੈ, ਫਿਰ ਉਹ ਚਿੰਤਾਵਾਂ ਸਾਨੂੰ ਚਿੰਤਾਵਾਂ ਨਹੀਂ, ਪਰਮਾਤਮਾ ਦੀ ਦਾਤ ਲੱਗਦੀਆਂ ਨੇ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਅੱਗੇ ਜ਼ਰੂਰ ਸ਼ੇਅਰ ਕਰ ਦਿਓ,
ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।